Hello everyone. In this we'll do the last topic of chemistry in everyday life, that are the cleansing agents. Cleansing agents यानी कि ਜਿਹੜੇ कोई भी सरफेस कोई क्लॉथ होगी ਜਾਂ ਕੋਈ ਵੀ ਪਾਰਟ ਹੋ ਗਿਆ ਜਿਸ ਤੋਂ ਡਰਟ ਨੂੰ ਰਿਮੂਵ ਕਰਦੇ ਆ ਤੇ ਆਪਾਂ ਉਸ ਨੂੰ ਉਹਨਾਂ ਦਾ ਕਲੀਨਜ਼ਿੰਗ ਐਕਸ਼ਨ ਹੁੰਦਾ ਇਨ ਵਾਟਰ, ਜਿਹਦੇ ਵਿੱਚ ਆਪਾਂ ਕਰਾਂਗੇ ਡਿਟਰਜੈਂਟਸ ਬਾਰੇ। ਡਿਟਰਜੈਂਟ ਦਾ ਮਤਲਬ ਹੀ ਹੁੰਦਾ ਕਲੀਨਜ਼ਿੰਗ ਏਜੰਟ। So substance which remove dirt and have cleansing action in water, that is called as the detergent. डिटर्जेंट ਨੂੰ ਆਪਾਂ ਦੋ ਪਾਰਟਸ 'ਚ ਸਟੱਡੀ ਕਰਦੇ ਹਾਂ, ਸੋਪੀ ਡਿਟਰਜੈਂਟ ਜਿਨ੍ਹਾਂ ਨੂੰ ਆਪਾਂ ਸੋਪਸ ਕਹਿੰਦੇ ਹਾਂ, ਜਾਂ ਸਿੰਥੈਟਿਕ ਡਿਟਰਜੈਂਟ, ਰਾਈਟ। ਜਿਹੜੇ ਸੋਪਸ ਨੇ, ਰਾਈਟ, ਤੇ ਸਿੰਥੈਟਿਕ ਡਿਟਰਜੈਂਟਸ ਨੇ। ਦੇਖੋ ਡਿਟਰਜੈਂਟ ਇਹਨਾਂ ਦਾ ਕਾਮਨ ਨੇਮ ਹੈ, ਸੋਪਸ ਨੂੰ ਵੀ ਆਪਾਂ ਡਿਟਰਜੈਂਟ ਕਹਿੰਦੇ ਹਾਂ, ਬਟ ਮੋਰ ਕਾਮਨਲੀ ਸਿੰਥੈਟਿਕ ਡਿਟਰਜੈਂਟਸ ਨੂੰ ਆਪਾਂ ਡਿਟਰਜੈਂਟਸ ਕਹਿੰਦੇ ਹਾਂ, ਰਾਈਟ। ਸੋ ਡਿਟਰਜੈਂਟਸ ਆਰ ਡਿਵਾਈਡਡ ਇਨਟੂ ਟੂ ਪਾਰਟਸ, ਸੋਪੀ ਡਿਟਰਜੈਂਟਸ ਔਰ ਸਿੰਪਲੀ ਸੋਪਸ, ਔਰ ਸਿੰਥੈਟਿਕ ਡਿਟਰਜੈਂਟਸ। ਸੋ ਲੈਟਸ ਫਸਟ ਟਾਕ ਅਬਾਊਟ ਸੋਪਸ। ਸੋਪਸ ਕੀ ਹੁੰਦੇ ਆ ਰਾਜੀ? ਸੋਪਸ ਕਿਸੇ ਵੀ ਹਾਇਰ ਫੈਟੀ ਐਸਿਡ, ਕੋਈ ਵੀ ਐਸਿਡ ਹੈ ਜਿਹਦਾ ਮੋਲੀਕੂਲਰ ਮਾਸ ਬਹੁਤ ਜ਼ਿਆਦਾ ਹੈ, ਉਹਦਾ ਸੋਡੀਅਮ ਸਾਲਟ ਨੂੰ ਆਪਾਂ ਸੋਪ ਕਹਿੰਦੇ ਹਾਂ। ਫੋਰ ਐਗਜ਼ਾਮਪਲ ਪਹਿਲਾਂ ਹਾਇਰ ਫੈਟੀ ਐਸਿਡਸ ਦੇ, ਜਿਵੇਂ ਲੋਰਿਕ ਐਸਿਡ C11H23COOH, ਪਾਮਿਟਿਕ ਐਸਿਡ C15H31COOH, ਸਟੈਰਿਕ ਐਸਿਡ C17H35COOH, ਓਲਿਕ ਐਸਿਡ C17H33COOH, ਔਰ ਲਿਨੋਲੋਇਕ ਐਸਿਡ ਦੈਟ ਇਜ਼ C17H31COH। ਇਹ ਸਾਰੇ ਹਾਈ ਮੋਲੀਕੂਲਰ ਮਾਸ ਵਾਲੇ ਐਸਿਡ ਹੈ। ਇਹਨਾਂ ਦਾ H ਰਿਮੂਵ ਕਰਕੇ ਜੇਕਰ ਆਪਾਂ ਇੱਥੇ ਸੋਡੀਅਮ ਲਗਾ ਦਈਏ ਤਾਂ ਉਹ ਸਾਡੇ ਕੋਲ ਕੀ ਆ ਜਾਣਗੇ? ਸੋਪ। ਹਾਇਰ ਫੈਟੀ ਐਸਿਡਸ ਤੋਂ ਬਾਈ ਦੀ ਪ੍ਰੋਸੈਸ ਆਫ ਸਪੋਨੀਫਿਕੇਸ਼ਨ ਆਪਾਂ ਸੋਪ ਪ੍ਰਪੇਅਰ ਕਰ ਸਕਦੇ ਹਾਂ। ਸੋਪ ਕੈਨ ਬੀ ਪ੍ਰਪੇਅਰਡ ਬਾਈ ਦੀ ਪ੍ਰੋਸੈਸ ਆਫ ਸਪੋਨੀਫਿਕੇਸ਼ਨ। ਆਪਣੇ ਕੋਲ ਇੱਕ ਫੈਟ ਹੈ, ਠੀਕ ਹੈ, ਜਿਵੇਂ ਗਲਿਸਰਾਈਲ ਐਸਟਰ ਆਫ ਸਟੈਰਿਕ ਐਸਿਡ। ਆਪਣੇ ਕੋਲ ਸਟੈਰਿਕ ਐਸਿਡ ਦਾ ਗਲਿਸਰੋਲ ਐਸਟਰ ਹੈ, ਉਹਦੇ ਵਿੱਚ ਆਪਾਂ NaOH ਪਾਇਆ, ਆਪਣੇ ਕੋਲ ਕੀ ਹੋ ਜੂਗੀ? ਸਪੋਨੀਫਿਕੇਸ਼ਨ ਹੋ ਜੂਗੀ। ਆਪਣੇ ਕੋਲ ਇੱਕ ਸੋਡੀਅਮ ਸਾਲਟ ਆ ਜੂਗਾ, ਜਿਵੇਂ ਇਹਦੇ ਵਿੱਚ ਸੋਡੀਅਮ ਸਟੀਰੇਟ ਤੇ ਗਲਿਸਰੋਲ, ਤੇ ਜਿਹੜਾ ਸੋਡੀਅਮ ਸਟੀਰੇਟ ਹੈ ਉਹ ਕੀ ਹੈ? ਸੋਪ ਹੈ। ਦਿਸ ਇਜ਼ ਹਾਊ ਸੋਪ ਕੈਨ ਬੀ ਪ੍ਰੀਪੇਅਰਡ, ਠੀਕ ਹੈ ਜੀ। ਯਾਨੀ ਕਿ ਐਸਟੈਰੀਫਿਕੇਸ਼ਨ ਤੋਂ ਜੇ ਆਪੋਜ਼ਿਟ ਕਰ ਦਈਏ, ਐਸਟੈਰੀਫਿਕੇਸ਼ਨ ਸਭ ਨੇ ਸੁਣਿਆ ਹੋਇਆ। ਐਸਟੈਰੀਫਿਕੇਸ਼ਨ ਕੀ ਹੁੰਦੀ ਹੈ? ਜਦੋਂ ਕੋਈ ਕਾਰਬੋਕਸਿਲਿਕ ਐਸਿਡ ਤੇ ਐਲਕੋਹਲ ਮਿਲ ਕੇ ਐਸਟਰ ਬਣਾਵੇ। ਹੁਣ ਜਦੋਂ ਕੋਈ ਐਸਟਰ ਟੁੱਟ ਕੇ ਕਾਰਬੋਕਸਿਲਿਕ ਐਸਿਡ ਤੇ ਐਲਕੋਹਲ ਦੇ ਦੇ, ਉਸ ਨੂੰ ਕੀ ਕਹਿੰਦੇ ਆ? ਸਪੋਨੀਫਿਕੇਸ਼ਨ। ਤਾਂ ਇਹਦੇ ਵਿੱਚ ਆਪਾਂ ਐਸਟਰ ਲੈਂਦੇ ਹਾਂ, ਗਲਿਸਰਾਈਲ ਐਸਟਰ ਔਰ ਸਟੈਰਿਕ ਐਸਿਡ, ਤੇ ਇਹਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਪਾ ਕੇ ਆਪਣੇ ਕੋਲ ਕੀ ਆ ਗਿਆ? ਸੋਡੀਅਮ ਸਟੇਰੇਟ, ਜਿਹੜਾ ਕਿ ਸੋਪ ਹੈ, ਤੇ ਆਪਣੇ ਕੋਲ ਬਦਲੇ 'ਚ ਕੀ ਆ ਗਿਆ? ਗਲਿਸਰੋਲ, ਰਾਈਟ। ਹੁਣ ਇਹਦੇ ਵਿੱਚ ਹੁੰਦਾ ਕੀ ਹੈ? ਡਿਊਰਿੰਗ ਦਿਸ ਪ੍ਰੋਸੈਸ ਦਾ ਸੋਪ ਇਜ਼ ਓਬਟੇਨਡ ਇਨ ਦੀ ਕੋਲੋਇਡਲ ਫਾਰਮ, ਇਟ ਫਲੋਟਸ ਇਨ ਦੀ ਸੋਲਿਊਸ਼ਨ ਐਜ਼ ਕਰਡ। ਤਾਂ ਫਿਰ ਕੀ ਕੀਤਾ ਜਾਂਦਾ? ਉਹਦੇ ਵਿੱਚ ਸੋਡੀਅਮ ਕਲੋਰਾਈਡ ਸੋਲਿਊਸ਼ਨ ਪਾਇਆ ਜਾਂਦਾ, ਜਿਹਦੇ ਨਾਲ ਸੋਪ ਪ੍ਰੈਸੀਪੀਟੇਟ ਹੋ ਜਾਂਦਾ ਹੈ। ਉਹ ਜਿਹੜਾ ਸੋਪ ਪ੍ਰੈਸੀਪੀਟੇਟ ਹੋਇਆ ਉਹ ਬਾਹਰ ਕੱਢ ਲਿਆ, ਤੇ ਜਿਹੜਾ ਸੋਲਿਊਸ਼ਨ ਪਿੱਛੇ ਰਿਹਾ ਉਹਨੂੰ ਕੀ ਕਹਿੰਦੇ ਆ? ਲਾਈ। The solution left after the removal of the soap is called as lye. Only sodium and potassium salts are soaps. They are soluble in water and used for cleaning purpose. सिर्फ सोडियम ते पोटेशियम, यानी कि कोई भी सोडियम, जिमें अपने को आहा है RCOO Na पॉजिटिव अपने को सोप है, ਇਹਦੀ जगह ਤੇ ਜਾਂ ਕੀ ਹੋ ਸਕਦਾ ਹੈ? K पॉजिटिव, ਜਾਂ ਤਾਂ सोडियम सोप होगा ਤੇ ਜਾਂ ਆਪਣੇ ਕੋਲ ਕੀ ਹੋਊਗਾ? पोटेशियम, ठीक है जी। ਹੁਣ ਸੋਡੀਅਮ ਸਾਲਟਸ ਆਫ ਫੈਟੀ ਐਸਿਡਸ ਆਰ ਨੋਨ ਐਜ਼ ਹਾਰਡ ਸੋਪਸ, ਤੇ ਜੇ ਆਪਾਂ ਪੋਟੈਸ਼ੀਅਮ ਦੇ ਲੈਂਦੇ ਹਾਂ, ਦੇ ਆਰ ਕਾਲਡ ਐਜ਼ ਸੌਫਟ ਸੋਪਸ, ਬਿਕੋਜ਼ ਦੇ ਸੌਫਟ ਟੂ ਸਕਿਨ ਦੈਨ ਦੀ ਸੋਡੀਅਮ ਸੋਪਸ। ਨਾਓ ਵੀ ਵਿਲ ਟਾਕ ਅਬਾਊਟ ਟਾਈਪਸ ਆਫ ਸੋਪਸ। ਆਪਾਂ ਸੋਪਸ ਨੂੰ ਬ੍ਰੌਡਲੀ ਇਸ ਤਰ੍ਹਾਂ ਸਟੱਡੀ ਕਰਦੇ ਹਾਂ: ਟੋਇਲਟ ਸੋਪਸ, ਫਲੋਟਿੰਗ ਸੋਪਸ, ਟਰਾਂਸਪੇਰੈਂਟ ਸੋਪਸ, ਮੈਡੀਕੇਟਡ ਸੋਪਸ, shaving soaps, laundry soaps, soap chips, soap granules, soap powder or scouring soaps. Now we will talk about them in detail कि ਇਹ ਜਿਹੜੀਆਂ ਹੈਗੇ ਇਹ soaps ਕੀ ਨੇ, what these kinds of soaps are, right? ਹੁਣ ਜਿਵੇਂ suppose ਇੱਥੇ ਹੈ ਆਪਣੇ ਕੋਲ ਜਿਹੜਾ ਟੋਇਲਟ ਸੋਪ ਹੈ, ਇਹ ਕਿਹੜਾ ਹੈ? they are prepared by using better grades of fats and oils and care is taken to remove excess alkali. ਟੋਇਲਟ ਯਾਨੀ ਕਿ ਜਿਹੜੇ ਆਪਾਂ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਫॉर ਬੇਥਿੰਗ ਪਰਪਸਿਸ, ਉਹਨਾਂ ਨੂੰ ਟੋਇਲਟ ਸੋਪਸ ਕਹਿੰਦੇ ਆ, ਰਾਈਟ।
colors and perfumes are added to make these more attractive. better grade अच्छी quality ਦੇ fats ਤੇ oils ਤੋਂ ਜਿਹੜੇ prepare ਕੀਤੇ ਜਾਂਦੇ ਆ ਉਹਨਾਂ ਵਿੱਚੋਂ excess alkali remove ਕਰਕੇ ਉਹ toilet soaps ਹੁੰਦੇ ਆ. Now if we talk about floating soaps ਕਿਹੜੇ ਹੁੰਦੇ? floating soaps ਬਣਦੇ ਕਿਵੇਂ ਹੈ? they are prepared by beating tiny air bubbles into the product before it is hardening. तो floating soaps ਕਿਵੇਂ? ਜੋ ਉਹਨਾਂ ਵਿੱਚ air ਹੋਣੀ ਚਾਹੀਦੀ ਹੈ, ਉਹਨਾਂ ਵਿੱਚ air bubbles ਹੋਣੇ ਚਾਹੀਦੇ. they are prepared by beating tiny air bubbles into the product before their hardening. Transparent soaps ਕਿਵੇਂ ਬਣਾਏ ਜਾਂਦੇ ਆ? they are prepared by dissolving the soap in ethanol and then evaporating the excess solvent. ਮੈਡੀਕੇਟਿਡ ਸੋਪ ਜਿਹੜੇ ਕਿ ਐਂਟੀਸੈਪਟਿਕ ਨੇ, ਜਿਵੇਂ ਆਪਾਂ ਪਿੱਛੇ ਕੀਤਾ ਸੀ ਬਾਈਥਾਇਓਨਲ ਐਡ ਕੀਤਾ ਜਾਂਦਾ ਹੈ, ਉਵੇਂ ਜਿਹੜੇ ਮੈਡੀਕੇਟਿਡ ਸੋਪਸ ਹੁੰਦੇ ਆ they are prepared by adding some antiseptic like Dettol and Savlon etc. In some soaps deodorants are added. Then we have shaving soaps. They contain glycerol to prevent rapid drying. Shaving soap glycerol add की जाती है to prevent rapid drying. And this is very important, a gum called rosin. Why rosin is added while making? So that because it forms sodium rosinate which leathers well, यानी कि ਉਹਦੇ ਵਿੱਚ ਜਿਹੜੀ foam ਹੈ ਉਹ ਜ਼ਿਆਦਾ ਬਣਦੀ ਹੈ ਕਿਵੇਂ? ਉਹਦੇ ਵਿੱਚ rosin ਪਾਉਣ ਨਾਲ. Then we have laundry soaps. They contain fillers like sodium rosinate, sodium silicate, borax and sodium carbonate. Soap chips ਕਿਵੇਂ ਬਣਦੀ ਹੈ? They are made by running a thin sheet of melted soap onto a cool cylinder and scraping off the soaps in small broken pieces. ਇਹ ਤੁਹਾਨੂੰ ਯਾਦ ਕਰਨੇ ਪੈਣੇ ਕੌਣ ਕਿਵੇਂ ਬਣਦਾ ਹੈ. ਸੋ ਯੂ ਕੈਨ ਜਾਂ ਤਾਂ ਨੋਟਸ ਵਿੱਚ ਹੋ ਜਾਊਗਾ ਅਤੇ ਜਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ. ਸੋਪ ਗ੍ਰੈਨਿਊਲਸ ਕਿਵੇਂ ਬਣਦੇ ਆ? ਦੇ ਆਰ ਡਰਾਈਡ ਮਿਨੀਏਚਰ ਸੋਪ ਬਬਲਸ. ਸੋਪ ਪਾਊਡਰਸ ਐਂਡ ਸਕੋਰਿੰਗ ਸੋਪਸ ਜਿਹੜੇ ਕਿ ਫॉर ਸਕਰਬਿੰਗ ਪਰਪਸ ਵਾਸਤੇ ਯੂਜ਼ ਹੁੰਦੇ ਆ. ਦੇ ਕੰਟੇਨ ਸਮ ਸੋਪ, ਅ ਸਕੋਰਿੰਗ ਏਜੰਟ, ਅਬਰੇਸਿਵ such as powdered pumice or finely divides and builders like sodium carbonate and trisodium phosphate. Builders make the soaps act more rapidly. So there are different kinds of soaps, how they are prepared, what kind of fillers are used, that's very very important. So go through it. Then we have ਹੁਣ ਜਿਵੇਂ ਆਪਾਂ ਸਰਫੇਸ ਕੈਮਿਸਟਰੀ ਦੇ ਵਿੱਚ ਵੀ ਕੀਤਾ ਸੀਗਾ ਕਿ ਸੋਪ ਐਕਚੁਅਲੀ ਹੁੰਦਾ ਕਿਵੇਂ ਹੈ. A soap has a large non-ionic hydrocarbon group and an ionic COO negative group. यानी कि RCOO negative ਇਹਦਾ ionic group है, hydrocarbon part है. So this can be represented as this. हो गई ਇਹਦੀ non-polar part ਤੇ ਇਹਦਾ ਕੀ ਹੋ ਗਿਆ ionic head. In the next we will talk about what are the advantages and disadvantages of soap as cleansing agent. एडवांटेज की है? सोप एक अच्छा क्लेंजिंग एजेंट है तो 100% बायोडिग्रेडेबल है, यानी कि पोल्यूशन कॉज नहीं करता. दैट इज़ द माइक्रो ऑर्गेनिज्म प्रेजेंट इन द सीवेज वाटर कैन कम्प्लीटली ऑक्सीडाइज सोप टू कार्बन डाइऑक्साइड. सो इट डज नॉट कॉज एनी पोल्यूशन. दिस इज़ द मेन एडवांटेज. वॉट इज़ द डिसएडवांटेज? डिसएडवांटेज ये है कि सोप हार्ड वाटर के विच काम नहीं करता बिकॉज हार्ड वाटर कंटेन्स कैल्शियम एंड मैग्नीशियम आयन्स. So when these calcium and magnesium ions react with soap, they form scum. ठीक है, आ soap है, ਇਹਦੇ ਵਿੱਚ hard water ਚੋਂ present ਹੈ. ਸੋਡੀਅਮ ਨੂੰ ਕੱਢ ਕੇ ਇੱਥੇ ਕੈਲਸ਼ੀਅਮ ਲੱਗ ਜਾਂਦਾ ਹੈ ਤਾਂ ਕੀ ਫਾਰਮ ਹੋ ਜਾਂਦਾ ਹੈ? ਪ੍ਰੈਸੀਪਿਟੇਟ, ਦੈਟ ਇਜ਼ ਸਕਮ. ਐਕਚੁਅਲੀ ਸੋਪ ਸੋਲੂਬਲ ਹੁੰਦਾ ਹੈ ਵਾਟਰ ਦੇ ਵਿੱਚ, ਬਟ ਜੇਕਰ ਸੋਡੀਅਮ ਦੀ ਜਗ੍ਹਾ ਤੇ ਕੈਲਸ਼ੀਅਮ ਆ ਜੇ ਤਾਂ ਕੀ ਹੋਣ ਲੱਗ ਪੈਂਦਾ? ਉਹ ਸਕਮ ਫਾਰਮ ਕਰ ਲੈਂਦਾ ਹੈ. ਸਿਮਿਲਰਲੀ ਜੇ ਸੋਡੀਅਮ ਦੀ ਜਗ੍ਹਾ ਤੇ ਮੈਗਨੀਸ਼ੀਅਮ ਆ ਜੇ ਦੈਨ ਆਲਸੋ ਸਕਮ ਇਜ਼ ਫਾਰਮਡ. ਇਹ ਇਹਦੀ ਪਹਿਲੀ ਹੈ ਕਿ ਲੋਟ ਆਫ ਗਮੀ ਸਬਸਟਾਂਸ ਬਣਨ ਲੱਗ ਪੈਂਦਾ, ਉਹਨੂੰ ਸਕਮ ਕਹਿੰਦੇ ਆ. ਉਸ ਤੋਂ ਬਾਅਦ ਕੀ ਹੈ ਕਿ ਜਿਹੜੇ ਸੋਪਸ ਹੈ ਉਹ ਐਸਿਡਿਕ ਸੋਲਿਊਸ਼ਨਸ ਦੇ ਵਿੱਚ ਕੰਮ ਨਹੀਂ ਕਰਦੇ. ਕਿਉਂ ਨਹੀਂ ਕਰਦੇ? ਬਿਕੋਜ਼ ਸਿੰਸ ਐਸਿਡਸ ਪ੍ਰੈਸੀਪਿਟੇਟ ਦੀ ਇਨਸੋਲਿਊਬਲ ਫ੍ਰੀ ਫੈਟੀ ਐਸਿਡਸ which adhere to the fabric. So fabrics ਤੇ ਚਿਪਕ ਜਾਂਦੇ ਹੈ and thus reduce the ability of the soaps to remove oil and grease from the fabric. ਉਹ ਫੈਬਰਿਕ ਜਿਹੜਾ ਉਹ ਵੀ ਇਨਸੋਲਿਊਬਲ ਪਾਰਟ ਹੈ ਫੈਟੀ ਐਸਿਡ ਦਾ, ਉਹ ਉੱਥੇ ਫੈਬਰਿਕਸ 'ਤੇ ਚਿਪਕ ਜਾਂਦਾ ਹੈ ਅਤੇ ਉਸ ਸੋਪ ਦੀ ਜਿਹੜੀ ਮਤਲਬ ਅਬਿਲਿਟੀ ਹੈ ਟੂ ਰਿਮੂਵ ਆਇਲ ਐਂਡ ਗਰੀਸ ਉਹ ਖਤਮ ਹੋ ਜਾਂਦੀ ਹੈ. ਰਾਈਟ, ਦਿਸ ਇਜ਼ ਦਾ ਹੋਲ ਕੌਨਸੈਪਟ ਆਫ ਸੋਪਸ. ਹੁਣ ਆਪਾਂ ਗੱਲ ਕਰਦੇ ਹਾਂ ਸਿੰਥੈਟਿਕ ਡਿਟਰਜੈਂਟਸ ਦੀ.
ਸਿੰਥੈਟਿਕ ਡਿਟਰਜੈਂਟਸ ਨੂੰ ਆਪਾਂ ਕਾਮਨਲੀ ਸਾਈਡੈਂਟਸ, ਸੋਪਲੈਸ ਸੋਪਸ ਜਾਂ ਜਸਟ ਡਿਟਰਜੈਂਟਸ ਵੀ ਕਹਿ ਦਿੰਦੇ ਹਾਂ। ਇਹ ਇੰਪਰੂਵਮੈਂਟ ਆਫ soap ਹੈ। These synthetic detergents are designed in such a way that while using them the problems do not arise with the hardness of water just as they arise with the use of the soap। यानी कि ਜਿਹੜੇ soaps ਨੇ, simple soaps ਨੇ, ਉਹ hard water ਦੇ ਵਿੱਚ ਕੰਮ ਨਹੀਂ ਕਰਦੇ, ਉਹਨਾਂ ਨੂੰ ਇੰਪਰੂਵ ਕਰਕੇ ਆਪਾਂ ਡਿਟਰਜੈਂਟਸ ਬਣਾਉਂਦੇ ਆ ਜਿਹੜੇ ਕਿ ਹੁਣ ਹਾਰਡ ਵਾਟਰ ਦੇ ਵਿੱਚ ਵੀ ਕੰਮ ਕਰ ਰਹੇ ਆ। ਠੀਕ ਹੈ ਜੀ। ਹੁਣ ਜਿਹੜੇ ਸੋਪਸ ਨੇ ਉਹ ਕੀ ਨੇ, ਦੇ ਡੂ ਨਾਟ ਫਾਰਮ ਇਨਸੋਲੂਬਲ ਕੈਲਸ਼ੀਅਮ ਐਂਡ ਮੈਗਨੀਸ਼ੀਅਮ ਸਾਲਟਸ ਵਿਦ ਹਾਰਡ ਵਾਟਰ ਐਂਡ ਕੈਨ ਬੀ ਯੂਜ਼ਡ ਫॉर ਵਾਸ਼ਿੰਗ ਈਵਨ ਵਿਦ ਹਾਰਡ ਵਾਟਰ। ਇਹ ਇਹਦੀ ਮੇਨ ਐਡਵਾਂਟੇਜ ਹੈ। ਸਿੰਥੈਟਿਕ ਡਿਟਰਜੈਂਟਸ ਨੂੰ ਆਪਾਂ ਤਿੰਨ ਟਾਈਪਸ 'ਚ ਡਿਵਾਈਡ ਕਰਦੇ ਹਾਂ, ਐਨਾਇਓਨਿਕ ਡਿਟਰਜੈਂਟ, ਕੈਟਾਇਓਨਿਕ ਡਿਟਰਜੈਂਟ ਤੇ ਨੋਨ ਆਇਓਨਿਕ ਡਿਟਰਜੈਂਟ। मतलब ये जोड़ा एनायन पार्ट, एनायनिक डिटर्जेंट जोड़ा एनायन पार्ट है जिहदे उत्ते नैगेटिव चार्ज है, दैट इज़ इनवॉल्वड इन दी क्लिनजिंग एक्शन। कैटायनिक डिटर्जेंट जोड़ा कैटायन पार्ट है, दैट इज़ इनवॉल्वड इन दी क्लिनजिंग एक्शन। तो नॉन आयनिक दे विच कोई भी आयन प्रेजेंट नहीं हुंदा। जोड़े एनायोनिक डिटर्जेंट है वो की ने, दे कंटेन सोडियम सॉल्ट ऑफ अ लॉन्ग चेन एल्काइल हाइड्रोजन सल्फेट। लॉन्ग चेन एल्काइल, आ पूरा एल्काइल दी लॉन्ग चेन है, आ इत्थों तक एनायन है, आ पूरा दा पूरा पोर्शन विल बी इनवॉल्वड इन दी माइसल फॉर्मेशन, हैंस इन दी क्लेंजिंग एक्शन। तो इस एनायनिक डिटर्जेंट का एक एग्जाम्पल है सोडियम लोराइल सल्फेट। ये बनता किवें है, अपने को लोराइल एल्कोहल है, उदों भी आपां सल्फोनेशन की, एच निकल के अपने कोल की लग गया SO3H, लोराइल हाइड्रोजन सल्फेट बन गया, ਉਹਦੇ ਵਿੱਚ ਆਪਾਂ ਐਲਕਲੀ ਪਾਈ ਤੇ ਆਪਣੇ ਕੋਲ ਕੀ ਆ ਗਿਆ, ਸੋਡੀਅਮ ਲੋਰਾइल सल्फेट विच इज़ एन एनायोनिक डिटर्जेंट। दैट्स अनदर एग्जाम्पल, सपोज अपने कोल डोडेकाइल बेंजीन है, ठीक है जी। डोडेकाइल बेंजीन ਦੇ ਵਿੱਚ ਜਦੋਂ ਆਪਾਂ सल्फोनेशन ਕੀਤੀ ਤਾਂ ਆਪਣੇ ਕੋਲ ਕੀ ਆ ਗਿਆ, डोडेकाइल बेंजीन सल्फेट। फिर जे आप ਉਹਦੇ ਵਿੱਚ ਐਲਕਲੀ ਪਾਇਆ, एच निकल के उत्थे सोडियम लग गया तो की फॉर्म हो गया, सोडियम डोडेकाइल बेंजीन सल्फोनेट। हुण ये दीज आर बायोडिग्रेडेबल, मतलब पोल्यूशन नहीं कॉज करते, एंड आर ऑल्सो इफेक्टिव इन स्लाइटली एसिडिक सोल्यूशंस। यही तो एडवांटेज है। एज दे फॉर्म एल्काइल हाइड्रोजन सल्फेट्स विच आर soluble materials, whereas soaps react with acidic solution to form insoluble fatty acids। सो जोड़ा आह वाला है सोडियम डोडेकाइल, इट इज़ ऑल्सो नोन एज सोडियम पैरा एंड डोडेकाइल बेंजीन सल्फोनेट, जिसनों असी SDS कहने हैं, विच इज़ वाइडली यूजड एज अ डोमैसटिक डिटर्जेंट, जो आप घरों के विच यूज़ करते हैं। ठीक है जी। तो इन्हों की एडवांटेज की है, एक तो बायोडिग्रेडेबल है, तो एसिडिक सोल्यूशन के विच भी काम करते हैं, तो हार्ड वाटर के विच भी काम करते हैं, राइट। दैन देयर इज़ अनदर, हुण आपां इहदे विच आपां स्टडी करते हैं इन्हां दी बायोडिग्रेडेबिलिटी। इन्हां दी ऑन द बेसिस ऑफ बायोडिग्रेडेबिलिटी एल्काइल बेंजीन सल्फोनेट्स आर डिवाइडेड इनटू 2 कैटेगरीज। जे तां उन्हां कोल ब्रांच्ड चेन एल्काइल ग्रुप्स है, दे आर नो कॉल्ड एज एल्काइल बेंजीन सल्फोनेट डिटर्जेंट्स ABS। तो जे उन्हां दी जिहड़ी एल्काइल ग्रुप है, जिहड़ा R ग्रुप है, वो स्ट्रेट चेन एल्काइल ग्रुप है, दैन वो लीनियर एल्काइल सल्फोनेट होगी, वो लीनियर चेन एल्काइल सल्फोनेट डिटर्जेंट बन गया। बेंजीन सल्फोनेट्स इन विच फिनाइल ग्रुप इज ईदर अटैच्ड टू द एंड ऑफ द लॉन्ग एल्काइल चेन और एनी अदर सेकेंडरी पोजीशन हैव हाई बायोडिग्रेड, क्योंकि वो लीनियर है। जोड़े स्ट्रेट चेन वाले होंगे हैं वो यूजुअली बायोडिग्रेडेबल है, यानी कि बैक्टीरिया उन्होंने ईजीली डिग्रेड कर सकता है। दे आर कॉल्ड एज सॉफ्ट लीनियर एल्काइल सल्फोनेट डिटर्जेंट्स। तो जिन्हों दे विच ब्रांच्ड चेन है उन्हों दी पुअर बायोडिग्रेडेबिलिटी होंदी है, यानी कि वो पोल्यूशन कॉज करते, डिग्रेड नहीं हो सकते, एंड हैंस आर हार्ड एल्काइल बेंजीन सल्फोनेट डिटर्जेंट्स। यानी कि इस तरह ये आ ब्रांच्ड है काफ़ी, इस करके इनू आप ABS या हार्ड डिटर्जेंट कहते हैं। एनायनिक डिटर्जेंट्स किहदे विच यूज होंदे है, यूजड इन दी टूथपेस्ट, राइट। आपां की कीता है, जिहड़े सारे जिहड़े आपां एनायनिक डिटर्जेंट्स कीते इन्हां नूं 2 पार्ट्स डिवाइड कीता है। जे तां एल्काइल चेन ब्रांच्ड है तो वो हार्ड है, तो जे स्ट्रेट है तो वो की है, लीनियर हो गया। ये बायोडिग्रेडेबल है, नॉन बायोडिग्रेडेबल है, ये बायोडिग्रेडेबल है।
समझ गए। ਜਿਹੜੇ ਲੀਨੀਅਰ ਚੇਨ ਵਾਲੇ ਹੁੰਦੇ ਆ ਸਟ੍ਰੇਟ ਉਹ ਬਾਇਓਡੀਗ੍ਰੇਡੇਬਲ ਹੁੰਦੇ ਆ ਤੇ ਜਿਹੜੇ ਬ੍ਰਾਂਚਡ ਵਾਲੇ ਜਿਵੇਂ ਕਿ ਇਸ ਤਰ੍ਹਾਂ ਉਹ ਨਾਨ ਬਾਇਓਡੀਗ੍ਰੇਡੇਬਲ ਹੁੰਦੇ ਜਾਂ ਕਹਿ ਲਓ ਪੂਅਰ ਬਾਇਓਡੀਗ੍ਰੇਡੇਬਿਲਿਟੀ ਹੁੰਦੀ ਹੈ। ਜਿਹੜੇ ਐਨਾਇਨਿਕ ਡਿਟਰਜੈਂਟਸ ਹੈ ਦੇ ਆਰ ਯੂਜ਼ਡ ਇਨ ਦੀ ਟੂਥਪੇਸਟ। ਹੁਣ ਐਗਜ਼ਾਮਪਲ ਹੈਗਾ ਜੀ ਕੈਟਾਇਨਿਕ ਡਿਟਰਜੈਂਟ। ਦੇਖੋ ਰਾਜੇ ਐਨਾਇਨਿਕ ਦੇ ਵਿੱਚ ਆ ਜਿਹੜਾ ਪੂਰਾ ਐਨਾਇਨਿਕ ਪਾਰਟ ਮਾਈਸਲ ਫਾਰਮ ਕਰਦਾ ਸੀ ਤੇ ਕਲੀਨਜ਼ਿੰਗ ਐਕਸ਼ਨ ਸ਼ੋ ਕਰਦਾ ਸੀ। ਕੈਟਾਇਨਿਕ ਡਿਟਰਜੈਂਟਸ ਦੇ ਵਿੱਚ ਆ ਪੂਰਾ ਕੈਟਾਇਨਿਕ ਪਾਰਟ ਮਾਈਸਲ ਫਾਰਮੇਸ਼ਨ ਕਰਦਾ ਤੇ ਕਲੀਨਜ਼ਿੰਗ ਐਕਸ਼ਨ ਦੇ ਵਿੱਚ ਕੰਮ ਕਰਦਾ। ਕੈਟਾਇਨਿਕ ਡਿਟਰਜੈਂਟਸ ਯੂਜੂਅਲੀ ਕਿਹੜੇ ਹੁੰਦੇ ਆ? ਦੇ ਆਰ ਕੁਆਟਰਨਰੀ ਅਮੋਨੀਅਮ ਸਾਲਟਸ ਆਫ ਅਮੀਨਸ with acetates, chlorides or bromides as anions. Cationic part possess a long hydrocarbon chain and a positive charge on nitrogen atom. ਇਹਨਾਂ ਦੇ ਵਿੱਚ ਐਗਜ਼ਾਮਪਲ ਕਿਹੜਾ ਹੈ? ਸੀਟਾਈਲ ਟਰਾਈਮਿਥਾਈਲ ਅਮੋਨੀਅਮ ਕਲੋਰਾਈਡ। ਆ ਪੂਰਾ ਸੀਟਾਈਲ ਟਰਾਈਮਿਥਾਈਲ ਅਮੋਨੀਅਮ ਕਲੋਰਾਈਡ ਹੈ ਜਿਹਦੇ ਵਿੱਚ ਨਾਈਟ੍ਰੋਜਨ ਦੇ ਉੱਤੇ ਪੋਜ਼ਿਟਿਵ ਚਾਰਜ ਹੈ। ਸੋ ਆ ਜਿਹੜਾ ਕੈਟਾਇਨਿਕ ਪਾਰਟ ਹੈ that is the cleansing action ਤੇ ਨਾਲ ਉਹਦਾ anion। they are used in hair conditioners। थोड़े एक्सपेंसिव होंगे इस करके इन्ने यूज़ नहीं किए जाते। ਜਿਹੜੇ ਕੈਟਾਇਨਿਕ ਡਿਟਰਜੈਂਟਸ ਹੈ ਦੇ ਹੈਵ ਜਰਮੀਸਾਈਡਲ ਪ੍ਰੋਪਰਟੀਜ਼ ਐਂਡ ਦੇ ਆਰ ਵੈਰੀ ਐਕਸਪੈਂਸਿਵ ਸੋ ਦੇ ਹੈਵ ਅ ਲਿਮਿਟਿਡ ਯੂਜ਼। ਫਿਰ ਜੇ ਆਪਣੇ ਕੋਲ ਲਾਸਟ ਪਾਰਟ ਹੈਗਾ ਜੀ ਨੋਨ ਆਇਓਨਿਕ ਡਿਟਰਜੈਂਟ ਜਿਹਦੇ ਵਿੱਚ ਕੋਈ ਵੀ ਆਇਨ ਪ੍ਰੈਜ਼ੈਂਟ ਨਹੀਂ ਹੈ ਤੇ ਡੂ ਨਾਟ ਕੰਟੇਨ ਐਨੀ ਆਇਨ ਇਨ देयर ਕਨਸਟੀਟਿਊਸ਼ਨ। ਫॉर एग्जांपल ਪੋਲੀਥਾਈਲੀਨ ਗਲਾਈਕੋਲ ਸਟੀਰੇਟ। ਇਹਦੇ ਵਿੱਚ ਇੱਕ ਤਾਂ ਸਟੀਅਰਿਕ ਐਸਿਡ ਹੈ ਤੇ ਪੋਲੀਥਾਈਲੀਨ ਗਲਾਈਕੋਲ ਹੈ। ਸੋ ਬਣਦਾ ਕਿਵੇਂ ਆ ਸਟੀਅਰਿਕ ਐਸਿਡ ਹੈ CH3CH2 COOH ਨਾਲ ਆਪਣੇ ਕੋਲ ਪੋਲੀਥਾਈਲੀਨ ਗਲਾਈਕੋਲ ਹੈ। ਇਹਦੇ ਵਿੱਚੋਂ ਜੇ ਵਾਟਰ ਨਿਕਲੇ ਆਪਣੇ ਕੋਲ ਆ ਜਾਏਗਾ ਪੋਲੀਥਾਈਲੀਨ ਗਲਾਈਕੋਲ ਸਟੀਰੇਟ। ਦਿਸ ਇਜ਼ ਅ ਨॉन ਆਇਓਨਿਕ डिटर्जेंट। यू कैन सी द रिएक्शन। फिर एक कितने यूज होंगे? इट इज़ यूज्ड इन लिक्विड डिश वॉशिंग डिटर्जेंट। सो यू हैव टू सी सो द क्वेश्चन में भी आस्क्ड कि कंडीशनर्स दे विच किहड़े टाइप ऑफ डिटर्जेंट्स यूज़ किए जाते हैं जां लिक्विड डिश वॉशिंग डिटर्जेंट्स दे विच किहड़े टाइप के डिटर्जेंट्स आर। यू हैव टू सी अकॉर्डिंगली ते एक एग्जाम्पल यू हैव टू लर्न। Then the main problem with these detergents is they cause pollution. So be very attentive. Detergents having branched chain hydrocarbon, I am stressing on this, branched chain hydrocarbons cause pollution in rivers and other waterways. The reason being that the side chains stop bacteria from attacking and breaking the chains. ਜਿਹੜੀਆਂ side chains ਹੈ ਨਾ ਜਿਹੜੀਆਂ branches ਹੈ ਉਹਨਾਂ ਤੇ bacteria attack ਨਹੀਂ ਕਰ ਪਾਉਂਦਾ। This results into slow degradation of detergent molecule leading to their accumulation। ਜਿਹਦੇ ਕਰਕੇ ਡਿਟਰਜੈਂਟਸ ਡੀਗਰੇਡ ਨਹੀਂ ਹੋ ਰਹੇ ਤੇ ਉਹ ਇਕੱਠੇ ਹੋ ਰਹੇ ਆ ਅਕਮੂਲੇਟ ਹੋ ਰਹੇ ਆ। ਸਿੰਸ the unbranched chains are more prone to attack unbranched ਜਿਹੜੀਆਂ ਲੀਨੀਅਰ ਹੈ they are more prone to attack by bacteria। therefore in most of the detergents used these days the branching is kept to minimum so that the detergents become easily biodegradable and pollution is prevented। so this is the main this is the main concept of डिटर्जेंट पोल्यूशन कि ਜਿਹੜੇ ਤਾਂ ਲੀਨੀਅਰ ਹੈ ਉਹਨਾਂ ਨੂੰ ਬੈਕਟੀਰੀਆ ਈਜ਼ੀਲੀ ਡੀਗਰੇਡ ਕਰ ਪਾ ਰਿਹਾ ਤੇ ਜਿਹੜੇ ਬ੍ਰਾਂਚਡ ਹੈ ਉਹਨਾਂ ਨੂੰ ਜਿਹੜਾ ਬੈਕਟੀਰੀਆ ਹੈ ਡੀਗਰੇਡ ਨਹੀਂ ਕਰ ਪਾ ਰਿਹਾ ਤੇ slowly ਅਕਮੂਲੇਟ ਹੋ ਰਿਹਾ। So hence this was the last topic of the chemistry in everyday life। We have completed all the topics related to this chapter। So this was the last one। So I hope you've understood।